ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਵਿੱਚ ਜੁੜ ਚੁੱਕੀ ਗੁਰੂ ਰੂਪ ਸਾਜੀ ਨਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ। ਰੋਜ਼ਾਨਾ ਦੀ ਤਰ੍ਹਾਂ ਗੁਰਮਤਿ ਦੀ ਕਲਾਸ ਵਿੱਚ ਜੁੜ ਚੁੱਕੇ ਹਾਂ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਇਸ ਗੁਰਮਤਿ ਦੀ ਕਲਾਸ ਰਾਹੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਵਿੱਚੋਂ ਜੋ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੇ ਅੰਦਰ ਜ਼ਿਕਰ ਕੀਤਾ ਹੈ, ਉਸ ਵਾਰ ਦੇ ਵਿੱਚੋਂ ਵਾਹਿਗੁਰੂ ਜੀ, ਉਸ ਵਾਰ ਦੇ ਵਿੱਚੋਂ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਦਾ ਜੀਵਨ ਇਤਿਹਾਸ ਸਰਵਣ ਕਰ ਰਹੇ ਹਾਂ। ਸਾਰੀ ਸੰਗਤ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦੋਏ ਘਰ ਜੋੜ ਕੇ ਗੁਰਫਤਿਹ ਨਾਲ ਸਾਂਝ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 40ਵੀਂ ਪੌੜੀ ਜਿਹੜੀ ਹੈ ਪਹਿਲੀ ਵਾਰ ਦੀ, ਕਿਉਂਕਿ ਕੱਲ 39ਵੀਂ ਪੌੜੀ ਜਿਹੜੀ ਸੀ ਮੇਲਾ ਸੋਹਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਵਾਲਾ ਜਿਹੜਾ ਸੀ, ਉਹ ਪੌੜੀ ਅਸੀਂ ਸਰਵਣ ਕੀਤੀ ਸੀ। ਹੁਣ ਅੱਜ ਅਸੀਂ ਜਿਹੜੀ ਪੌੜੀ ਸਰਵਣ ਕਰਨੀ ਹੈ, ਇਹ ਨਾਲ ਹੀ ਜਦੋਂ ਅਚਲ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ ਤੇ ਉੱਥੇ ਉਹਨਾਂ ਦੇ ਨਾਲ ਜਿਹੜਾ ਵਾ ਜੋਗੀਆਂ ਦਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪਸੀ ਜਿਹੜਾ ਵਿਚਾਰ ਵਟਾਂਦਰਾ ਹੋ ਰਿਹਾ ਹੈ। ਅੱਜ ਇਸੇ ਵਾਰ ਦੇ ਵਿੱਚੋਂ ਹੀ ਅਗਲੀ ਜਿਹੜੀ ਪੌੜੀ ਹੈ ਨਾ, ਉਹ ਵੀ ਉਸੇ ਸਥਾਨ ਦੀ ਹੈ। ਜਿਸ ਤਰ੍ਹਾਂ ਕੱਲ੍ਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋਗੀ ਦੇ ਅੱਗੋਂ ਜਿਹੜਾ ਸੀ ਮਾਇਆ ਵਾਲਾ ਲੋਟਾ ਜਿਹੜਾ ਲੁਕਾ ਲਿਆ, ਛੁਪਾ ਲਿਆ, ਤੇ ਜਦੋਂ ਇਹ ਕੌਤਕ ਵੇਖਿਆ ਸਾਰਾ, ਤੇ ਉਹਨਾਂ ਨੇ ਫਿਰ ਜੋਗੀਆਂ ਨੇ ਜਿਹੜਾ ਵਾ ਨਾ ਮਨ ਦੇ ਵਿੱਚ ਈਰਖਾ ਖਾਧੀ, ਵੀ ਈਰਖਾ ਵਸ ਹੋ ਗਏ। ਤੇ ਅੱਜ ਦੀ ਪੌੜੀ ਵਿੱਚ ਫਿਰ ਗੁਰੂ ਭਾਈ ਗੁਰਦਾਸ ਜੀ ਆ ਬਖਸ਼ਿਸ਼ ਕਰਦੇ ਨੇ ਕਿ ਖਾਧੀ ਹੁਣ ਜਗੀਸਰਾਂ ਗੋਸ਼ਟ ਕਰਨ ਸਭੇ ਉਠਾਈ। ਜਿਹੜਾ ਮਨ ਦੇ ਵਿੱਚ ਵਿਚਾਰ ਧਾਰਨ ਕਰਕੇ ਆਏ ਸਨ ਵੀ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਚਾਰ ਗੋਸ਼ਟ ਕਰਾਂਗੇ, ਉਹਨਾਂ ਨੂੰ ਉਸ ਵਿਚਾਰ ਦੇ ਵਿੱਚੋਂ ਹਰਾਵਾਂਗੇ, ਤੇ ਫਿਰ ਜਦੋਂ ਉਹਨਾਂ ਨੂੰ ਹਰਾਵਾਂਗੇ ਨਾ, ਤੇ ਸਾਡੀ ਚਰਚਾ ਜਿਹੜੀ ਹੈ ਉਹ ਸਾਰੇ ਕਲਯੁਗ ਦੇ ਵਿੱਚ ਲੋਕ ਸਾਡੇ ਆਣ ਕੇ ਸਾਨੂੰ ਜਿਹੜਾ ਵਾ ਮੱਥਾ ਟੇਕਣਗੇ, ਸਾਡੀ ਮਾਨਤਾ ਕਰਨਗੇ। ਇਸ ਮਨਸਾ ਦੇ ਨਾਲ ਜਿਹੜਾ ਵਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜਾ ਵਾ ਅੱਜ ਦੀ ਵਾਰ ਦੇ ਰਾਹੀਂ, ਅੱਜ ਦੀ ਪੌੜੀ ਦੇ ਰਾਹੀਂ ਜਿਹੜਾ ਵਾ ਉਹ ਵਿਚਾਰ ਗੋਸ਼ਟ ਹੋਣੀ ਹੈ। ਸੋ ਆਓ ਗੁਰਫਤਿਹ ਨਾਲ ਫਿਰ ਸਾਂਝ ਬਣਾ ਕੇ ਤੇ ਇਸ ਵਾਰ ਦਾ ਮੂਲ ਪਾਠ ਕਰਕੇ ਫਿਰ ਇਹਦੀ ਆਰੰਭਤਾ ਕਰੀਏ ਜੀ। ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਖਾਧੀ ਖੁਣਸ ਜੁਗੀਸਰਾਂ ਗੋਸ਼ਟ ਕਰਨ ਸਭੇ ਉਠ ਆਈ। ਪੁੱਛੇ ਜੋਗੀ ਭੰਗਰ ਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ। ਫਿਟਿਆ ਝਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨ ਆਈ। ਭੇਖ ਉਤਾਰ ਉਦਾਸ ਦਾ ਵੱਧ ਕਿਉਂ ਸੰਸਾਰੀ ਰੀਤ ਚਲਾਈ। ਨਾਨਕ ਆਖੇ ਭੰਗਰ ਨਾਥ ਤੇਰੀ ਮਾਂ ਕੁਚਜੀ ਆਹੀ। ਭਾਂਡਾ ਧੋਏ ਨਾ ਜਾਤਿਉਨ ਭਾਏ ਕੁਚਜੇ ਫੁੱਲ ਸੜਾਈ। ਹੋਏ ਅਤੀਤ ਗ੍ਰਸਤ ਤਜ ਫਿਰ ਉਨਹੋਂ ਕੇ ਕਰ ਮੰਗਣ ਜਾਈ। ਬਿਨ ਦਿੱਤੇ ਕਛ ਹੱਥ ਨ ਆਈ ਬਿਨ ਦਿੱਤੇ ਕਛ ਹੱਥ ਨ ਆਈ।
ਸੋ ਇਹ ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੇ ਬਚਨ ਲਿਖੇ ਨੇ। ਜਦੋਂ ਅਚਲ ਬਟਾਲੇ ਦੀ ਧਰਤੀ ਦੇ ਉੱਤੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੌਤਕ ਵੇਖੇ ਨਾ, ਜਦੋਂ ਇਹ ਸਾਰੇ ਕੌਤਕ ਵੇਖੇ ਤੇ ਮਨ ਦੇ ਵਿੱਚ ਜਿਹੜੀ ਰਿਸਕ ਖਾਧੀ, ਰਿਸਕ ਭਾਵ ਈਰਖਾ ਵਸ ਹੋ ਕੇ ਤੇ ਫਿਰ ਜੋਗੀਆਂ ਦੇ ਨਾਲ ਜਿਹੜਾ ਵਾ ਉਹ ਵਿਚਾਰ ਵਟਾਂਦਰਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਹੁਣ ਸਾਰਿਆਂ ਨੇ ਇੱਕ ਮਤਾ ਪਕਾ ਲਿਆ ਕਿ ਕਿਉਂ ਨਾ ਚਰਚਾ ਕੀਤੀ ਜਾਏ। ਤੇ ਇਹਨਾਂ ਦਾ ਜਿਹੜਾ ਮੋਢੀ ਸੀ ਉਹ ਭੰਗਰ ਨਾਥ ਸੀ, ਜੋਗੀਆਂ ਦਾ ਆਗੂ ਜਿਹਨੂੰ ਕਹਿ ਦਈਏ, ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਕਿ ਜੋਗੀ ਆਪਣੀ ਈਰਖਾ ਕਰਕੇ ਤੇ ਹੁਣ ਚਰਚਾ ਕਰਨ ਲਈ ਸਾਰੇ ਉੱਠ ਖਲੋਤੇ ਨੇ, ਇਕੱਠੇ ਹੋ ਚੁੱਕੇ ਨੇ। ਖਾਦੀ ਖੁਣਸ ਜੁਗੀਸਰਾਂ ਗੋਸ਼ਟ ਕਰਨ ਸਭੇ ਉੱਠ ਆਈ। ਤੇ ਸਾਰੇ ਉੱਠ ਕੇ ਤੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਗੋਸ਼ਟ ਕਰਨ ਲਈ ਤੁਰ ਪਏ ਹਨ ਜੀ। ਤੇ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਪੁੱਛੇ ਜੋਗੀ ਭੰਗਰ ਨਾਥ, ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ। ਹੁਣ ਜਦੋਂ ਵਿਚਾਰ ਚਰਚਾ ਹੋਣ ਲੱਗੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੱਜ ਬੈਠੇ ਨੇ, ਸਾਰੀ ਸੰਗਤ ਵੀ ਜਿਹੜੀ ਹੈ ਆਸੇ ਪਾਸੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੰਨਣ ਵਾਲੇ ਵੀ, ਜਿਹੜੇ ਜੋਗੀਆਂ ਨੂੰ ਮੰਨਦੇ ਸਨ ਉਹ ਵੀ ਲੋਕ ਸਾਰੇ ਇਕੱਠੇ ਹੋਏ ਸਨ। ਜਿਹੜੇ ਮੇਲਾ ਹੀ ਵੇਖਣ ਵਾਸਤੇ ਆਏ ਸਨ ਉਹ ਵੀ ਆਸੇ ਪਾਸੇ ਜਿਹੜੇ ਉਹ ਇਕੱਤਰ ਹੋ ਗਏ। ਬਹੁਤ ਜ਼ਿਆਦਾ ਭੀੜ ਲੱਗ ਗਈ। ਹੁਣ ਜੋਗੀਆਂ ਦਾ ਜਿਹੜਾ ਆਗੂ ਸੀ ਭੰਗਰ ਨਾਥ, ਇਹ ਉੱਠ ਕੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਵਾਹਿਗੁਰੂ ਜੀ ਆਣ ਬੈਠਾ। ਤੇ ਆ ਕੇ ਇਹਨੇ ਕੀ ਕੀਤਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇੱਕ ਪ੍ਰਸ਼ਨ ਕੀਤਾ ਕਿ ਇਹ ਨਾਨਕ, ਆ ਜਿਹੜੀ ਤੂੰ ਰੀਤ ਚਲਾਈ ਹੈ, ਭਾਵ ਤੂੰ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ। ਆਪ ਜੀ ਨੂੰ ਸਮਝ ਆ ਗਈ ਹੋਣੀ ਕਿ ਦੁੱਧ ਦੇ ਵਿੱਚ ਕਾਂਜੀ ਪਾਇਆ ਭਾਵ ਕੋਈ ਵੀ ਖੱਟੀ ਚੀਜ਼ ਪਾ ਦਈਏ, ਦੁੱਧ ਜਿਹੜਾ ਉਹ ਫੁੱਟ ਜਾਂਦਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੰਗਰ ਨਾਥ ਆਖਦਾ ਹੈ ਕਿ ਨਾਨਕ ਜੀ, ਇਹ ਤੁਸੀਂ ਜਿਹੜੀ ਆ ਸੰਸਾਰ ਦੇ ਵਿੱਚ ਜਿਹੜੀ ਰੀਤ ਪੁੱਠੀ ਚਲਾਈ ਹੈ, ਤੁਸੀਂ ਦੁੱਧ ਵਿੱਚ ਆਉਂ ਜਿਸ ਤਰ੍ਹਾਂ ਕਾਂਜੀ ਪਾ ਦਿੱਤੀ ਹੈ। ਤੇ ਫਿਰ ਨਾਲ ਹੀ ਆਖਦਾ ਹੈ ਕਿ ਫਿੱਟਿਆ ਝਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਏ। ਕਹਿੰਦੇ ਕਿ ਹੁਣ ਜਿਹੜਾ ਦੁੱਧ ਦਾ ਮਟਕਾ ਹੈ ਨਾ, ਚਾਟਾ, ਮਾਫ ਕਰਨਾ ਝਾਟਾ ਨਹੀਂ, ਚਾਟਾ ਕਹਿੰਦੇ ਚਾਟੀ ਨੂੰ, ਕੁੱਜੇ ਨੂੰ। ਫਿੱਟਿਆ ਚਾਟਾ ਦੁੱਧ ਦਾ ਜਿਹੜਾ ਚਾਟਾ ਹੈ ਉਹ ਫਿੱਟ ਗਿਆ, ਭਾਵ ਟੁੱਟ ਗਿਆ, ਉਹ ਫੁੱਟ ਗਿਆ। ਜਿਹੜਾ ਦੁੱਧ ਸੀ ਉਹਦੇ ਵਿੱਚ, ਚਾਟੀ ਦੇ ਵਿੱਚ, ਉਹ ਹੁਣ ਨਾ ਤੇ ਰਿੜਕਿਆਂ ਉਹਦੇ ਵਿੱਚੋਂ ਮੱਖਣ ਹੀ ਆਉਣਾ ਤੇ ਨਾ ਹੀ ਉਹਦੇ ਵਿੱਚੋਂ ਹੁਣ ਕੋਈ ਪਨੀਰ ਬਣਦਾ। ਗੁਰੂ ਸਾਹਿਬ ਨੂੰ ਜੋਗੀ ਭੰਗਰ ਨਾਥ ਹੀ ਆਖ ਰਹੇ ਨੇ। ਤੇ ਨਾਲ ਹੀ ਇਹ ਗੱਲ ਆਖਦੇ ਪਏ ਨੇ ਕਿ ਭੇਖ ਉਤਾਰ ਉਦਾਸ ਦਾ ਵੱਤ, ਕਿਉਂ ਸੰਸਾਰੀ ਰੀਤ ਚਲਾਈ। ਫਿਰ ਆਖਦੇ ਨੇ ਕਿ ਤੁਸੀਂ ਆਪਣੇ ਉੱਤੋਂ ਜਿਹੜਾ ਵਾ ਸੰਸਾਰ ਦੀ ਰੀਤ ਵਿੱਚ ਪੁੱਠੀ ਗੱਲ ਹੀ ਕਰ ਦਿੱਤੀ ਕਿ ਉਦਾਸੀ ਦਾ ਭੇਖ ਲਾ ਦਿੱਤਾ, ਭਾਵ ਤੁਸੀਂ ਗ੍ਰਿਸ਼ਤੀ ਜੇ ਗ੍ਰਿਸ਼ਤ ਧਾਰਨ ਕੀਤਾ, ਤੁਹਾਡੇ ਆਪਣੇ ਬੱਚੇ ਨੇ, ਤੁਸੀਂ ਵਿਆਹ ਕਰਾਇਆ, ਘਰ ਵਿੱਚ ਰਹਿੰਦੇ ਜੇ। ਜਿਹੜੇ ਤੇ ਪ੍ਰਮਾਤਮਾ ਦੇ ਭਗਤ ਹੁੰਦੇ ਨੇ, ਜਾਂ ਉਹ ਜੋਗੀ ਬਣਾ ਵਿੱਚ ਜਾ ਕੇ ਤਪ ਕਰਦੇ ਨੇ, ਜੰਗਲਾਂ ਵਿੱਚ ਜਾ ਕੇ ਯੋਗ ਸਾਧਨਾ ਕਰਦੇ ਨੇ, ਜਾਂ ਫਿਰ ਉਦਾਸੀ ਜਿਹੜੇ ਨੇ ਉਹ ਪਰਬਤਾਂ ਦੇ ਵਿੱਚ ਜਾ ਕੇ ਤਪ ਸਾਧਦੇ ਨੇ, ਉਹ ਤਾਂ ਗ੍ਰਿਸ਼ਤ ਜੀਵਨ ਧਾਰਨ ਨਹੀਂ ਕਰਦੇ। ਤੁਸੀਂ ਇਹ ਪੁੱਠੀ ਰੀਤ ਚਲਾ ਦਿੱਤੀ ਹੈ। ਇਹਦੇ ਨਾਲ ਭਗਤੀ ਰੂਪੀ ਜਿਹੜਾ ਭਾਂਡਾ ਹੈ ਉਹਦੇ ਵਿੱਚ ਜਿਹੜਾ ਵਾ ਉਹ ਦੁੱਧ ਪਿਆ ਹੋਇਆ ਪਰਮਾਤਮਾ ਦਾ ਨਾਮ ਰੂਪੀ, ਉਹ ਫਿੱਟ ਗਿਆ। ਹੁਣ ਇਹ ਸੜ ਗਿਆ, ਕਿਸੇ ਕੰਮ ਦਾ ਨਹੀਂ ਰਿਹਾ। ਤੇ ਤੁਸੀਂ ਇਹ ਨਵੀਂ ਰੀਤ ਪਾ ਦਿੱਤੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਆਖ ਰਹੇ ਨੇ, ਕਹਿੰਦੇ ਫਿਰ ਇਹ ਤੁਸੀਂ ਨਵੀਂ ਰੀਤ ਚਲਾ ਦਿੱਤੀ ਹੈ।
ਕਿ ਭੇਖ ਉਦਾਰ ਉਦਾਸ ਦਾ ਉਦਾਸੀਆਂ ਦਾ ਭੇਖ ਜਿਹੜਾ ਲਾ ਦਿੱਤਾ, ਤੇ ਹੁਣ ਕੀ ਸੰਸਾਰ ਦੇ ਵਿੱਚ ਨਵੀਂ ਰੀਤ ਚਲਾ ਦਿੱਤੀ ਹੈ। ਇਹ ਗੁਰੂ ਨਾਨਕ ਸਾਹਿਬ ਜੀ, ਨਾ ਤੇ ਹੁਣ ਗਿਆਨ ਰੂਪੀ ਮੱਖਣ ਹੀ ਨਿਕਲਣਾ ਹੈ, ਨਾ ਹੀ ਮੁਕਤੀ ਮਿਲਣੀ ਹੈ। ਤੁਸੀਂ ਸੰਸਾਰੀ ਰੀਤ ਦੀ ਕਾਂਜੀ ਇਹਦੇ ਵਿੱਚ ਪਾ ਦਿੱਤੀ ਹੈ, ਤੇ ਹੁਣ ਸਾਡਾ ਕੀ ਬਣੇਗਾ। ਜਦੋਂ ਇਹ ਭੰਗਰਨਾਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਬਚਨ ਕਰ ਰਿਹਾ ਨਾ, ਤੇ ਇਹ ਬਚਨ ਕਰਦਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਬੜੇ ਲੰਮੇ ਸਮੇਂ ਤੋਂ ਜਿਹੜੇ ਵਿਚਾਰ ਚਰਚਾ ਜਿਹੜੀ ਚੱਲਦੀ ਆ ਰਹੀ, ਤੇ ਜਦੋਂ ਵਿਚਾਰ ਚਰਚਾ ਇਹ ਚੱਲਦੀ ਆ ਰਹੀ ਹੈ ਨਾ, ਤੇ ਵਿਚਾਰ ਚਰਚਾ ਦੇ ਵਿੱਚ ਲੱਗਿਆ ਹੋਇਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਜਿਹੜਾ ਭੰਗਰਨਾਥ ਨੂੰ ਅੱਗੇ ਜਵਾਬ ਦਿੱਤਾ ਨਾ, ਬੜੇ ਕਮਾਲ ਦਾ ਦਿੱਤਾ। ਕਹਿੰਦੇ ਨਾਨਕ ਆਖੇ ਭੰਗਰਨਾਥ ਤੇਰੀ ਮਾਂ ਕੁਚੱਜੀ ਆਹੀ। ਇਹ ਭੰਗਰਨਾਥ ਜੋਗੀ, ਕੀ ਤੇਰੀ ਮਾਂ ਕੁਚੱਜੀ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਉਂ ਕਹਿੰਦੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇੰਨੀ ਗੱਲ ਆਖੀ ਨਾ, ਹੁਣ ਭੰਗਰਨਾਥ ਅੱਗ ਬਬੂਲਾ ਹੋ ਗਿਆ, ਪਿੱਟਣ ਲੱਗਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ, ਰੋਣ ਲੱਗਾ, ਤਾਂ ਹੀ ਮਾਰ ਉੱਠਿਆ ਕਿ ਤੁਸੀਂ ਮੈਨੂੰ ਇਹ ਗੱਲ ਕਿਉਂ ਕਹੀ, ਮੇਰੀ ਮਾਂ ਕਿਉਂ ਕੁਚੱਜੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਾਵ ਤੇਰੀ ਜਿਹੜੀ ਬੁੱਧ ਰੂਪੀ ਮਾਂ ਹੈ ਕੁਚੱਜੀ ਹੈ, ਤੇਰੀ ਬੁੱਧੀ ਖਰਾਬ ਹੋ ਗਈ ਹੈ, ਤੇ ਤੂੰ ਆਪਣਾ ਹਿਰਦੇ ਰੂਪੀ ਜਿਹੜਾ ਭਾਂਡਾ ਹੈ ਨਾ, ਭਾਂਡਾ ਧੋਏ ਨਾ ਜਾਤਿਓ ਨਾ, ਭਾਏ ਕੁਚੱਜੇ ਫੁੱਲ ਸੜਾਈ। ਕਹਿੰਦੇ ਕਿ ਤੇਰਾ ਜਿਹੜਾ ਹਿਰਦੇ ਰੂਪੀ ਭਾਂਡਾ ਹੈ ਇਹ ਧੋਤਾ ਨਹੀਂ, ਤੂੰ ਕੇਵਲ ਆਪਣਾ ਸਰੀਰ ਧੋਤਾ ਹੈ, ਬਾਹਰੋਂ ਧੋਤੀ ਤੁੰਬੜੀ ਅੰਦਰ ਵਿਸ ਨਿਕੋਰ। ਭਾਈ ਤੂੰ ਬਾਹਰੋਂ ਤੇ ਆਪਣਾ ਤਨ ਧੋ ਲਿਆ, ਪਰ ਤੇਰੇ ਅੰਦਰ ਦਾ ਜਿਹੜਾ ਹਿਰਦਾ ਹੈ ਅਜੇ ਵੀ ਸੜਿਆ ਹੋਇਆ। ਤੇ ਇਹਦੇ ਵਿੱਚ ਫਿਰ ਜਿਹੜੇ ਪਰਮਾਤਮਾ ਦਾ ਗਿਆਨ ਰੂਪੀ ਦੁੱਧ ਹੈ ਨਾ, ਜਦੋਂ ਤੇਰੇ ਇਸ ਸੜੇ ਹੋਏ ਹਿਰਦੇ ਵਿੱਚ ਪਏਗਾ ਤੇ ਸੜਨਾ ਹੀ ਹੈ, ਇਹਦਾ ਫਲ ਥੋੜਾ ਹੋਣਾ ਕੋਈ। ਤੇਰੀ ਬੁੱਧ ਜਿਹੜੀ ਮਾਂ ਰੂਪੀ ਬੁੱਧ ਹੈ ਕੁਚੱਜੀ ਏ, ਇਹਨੇ ਜਾਤਾ ਹੀ ਨਹੀਂ ਕਿ ਮੈਂ ਜਿਹੜਾ ਵਾ ਭਾਂਡੇ ਨੂੰ ਜਿਹੜਾ ਵਾ ਸਰੀਰ ਰੂਪੀ ਭਾਂਡੇ ਨੂੰ ਸਾਫ਼ ਕਰ ਲਵਾਂ, ਅੰਦਰੋਂ ਹਿਰਦੇ ਰੂਪੀ ਭਾਂਡੇ ਨੂੰ ਧੋ ਲਵਾਂ, ਮਲ ਕੇ ਧੋਵਾਂ। ਬਾਹਰੋਂ ਧੋਣ ਦਾ ਕੋਈ ਫਾਇਦਾ ਨਹੀਂ। ਜੇ ਅੰਦਰ ਹੀ ਵਿਸ ਹੈ, ਅੰਦਰ ਹੀ ਜ਼ਹਿਰ ਹੈ, ਤੇ ਬਾਹਰੋਂ ਧੋ ਕੇ ਭਾਂਡੇ ਦਾ ਲਾਭ ਕੀ, ਜਦੋਂ ਅੰਦਰ ਪਈ ਹੋਈ ਜ਼ਹਿਰ ਦੇ ਵਿੱਚ ਵਸਤ ਜ਼ਹਿਰ ਬਣ ਜਾਣੀ ਹੈ, ਫਿਰ ਉਹਦਾ ਲਾਭ ਕੋਈ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਭਾਈ ਤੇਰੀ ਮੱਤ ਰੂਪੀ ਜਿਹੜੀ ਬੁੱਧੀ ਰੂਪੀ ਮਾਂ ਇਹ ਕੁਚੱਜੀ ਹੈ, ਨੇ ਆਪਣੇ ਅੰਦਰ ਦਾ ਭਾਂਡਾ ਨਹੀਂ ਧੋਤਾ, ਇਸ ਕਰਕੇ ਜਿਹੜੇ ਫੁੱਲ ਰੂਪੀ ਪ੍ਰਮਾਤਮਾ ਦਾ ਨਾਮ ਹੈ ਇਹ ਸੜ ਜਾਏਗਾ, ਇਹਦਾ ਫਾਇਦਾ ਕੋਈ ਨਹੀਂ। ਹੋਏ ਅਤੀਤ ਗ੍ਰਸਤ ਤਜ ਫਿਰ ਉੱਠ ਉਨਕੇ ਘਰ ਮੰਗਣ ਜਾਏ। ਇਹਨੇ ਸਵਾਲ ਮੈਨੂੰ ਕਰਦਾ ਹੈ ਕਿ ਸੰਸਾਰੀ ਰੀਤ ਚਲਾ ਦਿੱਤੀ ਹੈ, ਤੁਸੀਂ ਸੰਸਾਰ ਦੇ ਵਿੱਚ ਰਹਿ ਕੇ, ਭਾਵ ਗ੍ਰਸਤ ਜੀਵਨ ਧਾਰਨ ਕਰਕੇ, ਗ੍ਰਸਤ ਜੀਵਨ ਧਾਰਨ ਕਰਕੇ ਜਿਹੜਾ ਵਾ ਉਹ ਤੁਸੀਂ ਨਵੀਂ ਰੀਤ ਚਲਾ ਦਿੱਤੀ। ਤੁਸੀਂ ਮੈਨੂੰ ਇਹ ਗੱਲ ਕਹਿ ਰਹੇ ਜੀ, ਪਰ ਤੁਸੀਂ ਆਪ ਘਰ-ਬਾਰ ਤਿਆਗ ਕੇ ਤੇ ਫਿਰ ਉਹਨਾਂ ਗ੍ਰਸਤੀਆਂ ਦੇ ਘਰੋਂ ਹੀ ਮੰਗਣ ਜਾ ਕੇ ਮੰਗ ਕੇ ਖਾਂਦੇ ਜੇ। ਹੋਏ ਅਤੀਤ ਗ੍ਰਸਤ ਤਜ, ਤੁਸੀਂ ਗ੍ਰਸਤ ਨੂੰ ਛੱਡ ਦਿੱਤਾ, ਵਿਰਕਤ ਹੋ ਕੇ ਗ੍ਰਸਤ ਨੂੰ ਤਿਆਗ ਕੇ ਤੁਸੀਂ ਸੰਸਾਰੀਆਂ ਦੇ ਘਰੋਂ ਫਿਰ ਮੰਗਣ ਆ ਜਾਂਦੇ ਜੇ। ਹੁਣ ਮੈਨੂੰ ਇਹ ਦੱਸਣਾ ਕਰੋ ਕਿ ਜੇ ਸੰਸਾਰੀਆਂ ਘਰੋਂ ਮੰਗ ਕੇ ਖਾਣਾ, ਫਿਰ ਕਿਉਂ ਗ੍ਰਸਤੀ ਜੀਵਨ ਨੂੰ ਕਿਉਂ ਤਿਆਗਿਆ, ਕਿਉਂ ਨਹੀਂ ਗ੍ਰਸਤੀ ਜੀਵਨ ਨੂੰ ਧਾਰਨ ਕੀਤਾ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਕਾਫੀ ਲੰਮੇ ਚੌੜੇ ਜਿਹੜੇ ਨੇ ਉਹ ਸਵਾਲ ਕਰਦੇ ਨੇ ਇਹਨਾਂ ਜੋਗੀਆਂ ਨੂੰ। ਤੇ ਜੋਗੀ ਇਹ ਗੱਲ ਜਦੋਂ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਪੈਂਦੇ ਨੇ ਨਾ, ਤੇ ਫਿਰ ਅਖੀਰ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਬਿਨ ਦਿੱਤੇ ਕਛ ਹੱਥ ਨਾ ਆਈ। ਤੁਹਾਨੂੰ ਮਤਲਬ ਜਿਹੜਾ ਵਾ ਇਹ ਪਤਾ ਹੋਣਾ ਚਾਹੀਦਾ ਕਿ ਉਸ ਪਰਮਾਤਮਾ ਦੇ ਦਿੱਤੇ ਤੋਂ ਬਗੈਰ ਕੁਛ ਨਹੀਂ ਮਿਲਦਾ, ਕੁਛ ਹਾਸਲ ਨਹੀਂ ਹੁੰਦਾ। ਬਿਨ ਦਿੱਤੇ ਕਛ ਹੱਥ ਨਾ ਆਈ। ਐਵੇਂ ਇਹ ਨਾ ਸਮਝੋ ਕਿ ਅਸੀਂ ਬਾਹਰ ਚਲੇ ਗਏ, ਗ੍ਰਸਤੀ ਜੀਵਨ ਤਿਆਗ ਦਿੱਤਾ ਤੇ ਰੱਬ ਨੇ ਸਾਨੂੰ ਬਖਸ਼ਿਸ਼ ਕਰਕੇ ਜਿਹੜਾ ਵਾ ਉਹ ਨਾਮ ਦੇ ਦੇਣਾ ਤੇ ਅਸੀਂ ਮੁਕਤ ਹੋ ਜਾਣਾ।
इथे ते करमी आपू अपनी की नीड़ै के दूर, जिन्नी नाम ध्याया गए मुसकत घाल, नानक ते मुखुजले खेती छुट्टी नाल। उन्हां बंधनां तो मुक्त होना जिन्हां दे उत्ते उहदी रहमत होनी है, उन्हां दे मुख उजले होने ने, उन्हां दे ही बंधन ਜਿਹੜੇ ਨੇ ਛੁੱਟਣੇ ਜਿਨ੍ਹਾਂ ਦੇ ਉੱਤੇ ਉਹ ਪ੍ਰਮਾਤਮਾ ਆਪਣੀ ਰਹਿਮਤ ਭਰੀ ਨਜ਼ਰ ਕਰਦਾ ਹੀ ਨਹੀਂ। ਕਿ ਸਾਰੇ ਇੱਥੇ ਜਿੰਨੇ ਵੀ ਤੁਸੀਂ ਘਰ-ਬਾਰ ਤਿਆਗ ਕੇ ਫਿਰ ਗ੍ਰਸਤੀਆਂ ਦੇ ਘਰ ਮੰਗਣ ਜਾਂਦੇ ਜੇ, ਮਨ ਵਿਕਾਰ ਭੋਗਦਾ ਏ, ਸਰੀਰ ਰੂਪ ਦੇ ਵਿੱਚ ਤਾਂ ਤੁਸੀਂ ਵਿਕਾਰ ਨਹੀਂ ਭੋਗਦੇ, ਪਰ ਮਨ ਦੇ ਅੰਦਰ ਜਿਹੜੇ ਵਿਕਾਰ ਨੇ ਉਹ ਤੁਹਾਡੇ ਖਤਮ ਨਹੀਂ ਹੋਏ। ਇਸ ਕਰਕੇ ਇਹਨਾਂ ਵਿਕਾਰਾਂ ਨੂੰ ਖਤਮ ਕਰੋ। ਇਸ ਸਮੁੱਚੀ ਪੌੜੀ ਦਾ ਭਾਵ ਅਰਥ ਇਹ ਹੈ ਕਿ ਪਰਮਾਤਮਾ ਤੋਂ ਬਗੈਰ ਕੁਝ ਨਹੀਂ ਮਿਲਦਾ, ਕਿਉਂਕਿ ਇਸ ਭੇਖੈ ਥਾਵਹੁ ਗਿਰਹੁ ਭਲਾ, ਜਿੱਥੋਂ ਕੋ ਵਰਸਾਏ। ਕਹਿੰਦੇ ਇਸ ਭੇਖ ਦੇ ਨਾਲੋਂ ਤੇ ਗ੍ਰਸਤੀ ਜੀਵਨ ਹੀ ਭਲਾ ਹੈ, ਜਿੱਥੋਂ ਕੁਛ ਨਾ ਕੁਛ ਤੇ ਮੰਗਣ ਲੱਗਿਆਂ ਜਿਹੜਾ ਮਿਲ ਜਾਂਦਾ ਹੈ। ਤੇ ਨਾਲ ਹੀ ਸਤਿਗੁਰੂ ਜੀ ਫਿਰ ਇੱਕ ਹੋਰ ਬਚਨ ਵਿੱਚ ਵੀ ਆਖਦੇ ਨੇ ਕਿ ਦਿੱਤਾ ਲਈਏ ਆਪਣਾ, ਅਣ ਦਿੱਤਾ ਕੁਛ ਹੱਥ ਨਾ ਆਵੇ। ਭਾਵ ਕਿ ਜੋ ਤੁਸੀਂ ਕਮਾਈ ਕੀਤੀ ਉਹੀ ਮਿਲਣਾ, ਭਾਵੇਂ ਉਹ ਗ੍ਰਸਤੀ ਜੀਵਨ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪ ਲਓ, ਭਾਵੇਂ ਘਰ-ਬਾਰ ਤਿਆਗ ਕੇ ਜਪ ਲਓ, ਪਰ ਮਿਲਣਾ ਉਹ ਕੁਝ ਹੀ ਹੈ ਜੋ ਤੁਸੀਂ ਸੱਚੇ ਮਨੋਂ ਪ੍ਰਮਾਤਮਾ ਦੀ ਆਰਾਧਨਾ ਕੀਤੀ, ਭਾਵੇਂ ਉਹ ਗ੍ਰਸਤੀ ਜੀਵਨ ਵਿੱਚ ਹੀ ਰਹਿ ਕੇ ਧਾਰਨ ਕਰੋ। ਸੋ ਇਹ 4ਵੀਂ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਤੇ ਇਸ ਪੌੜੀ ਦੇ ਅੰਦਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਭਾਈ ਜੇ ਤੁਸੀਂ ਆਖੋ ਕਿ ਅਸੀਂ ਘਰ-ਬਾਰ ਤਿਆਗ ਕੇ ਹੀ ਬੰਦਗੀ ਕਰਨੀ ਹੈ ਤੇ ਫਿਰ ਉਹਦਾ ਲਾਭ ਕੋਈ ਨਹੀਂ, ਕਿਉਂਕਿ ਫਿਰ ਆਖਰਕਾਰ ਤੇ ਰੋਟੀ ਪਾਣੀ ਉੱਥੋਂ ਹੀ ਛਕਣਾ। ਸੋ ਇਹ ਅੱਜ 40ਵੀਂ ਪੌੜੀ ਜਿਹੜੀ ਹੈ, ਇਸ ਵਿੱਚ ਭਾਈ ਗੁਰਦਾਸ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਚਲ ਬਟਾਲੇ ਦੀ ਧਰਤੀ ਉੱਤੇ, ਅਚਲ ਬਟਾਲੇ ਦੀ ਧਰਤੀ ਦੇ ਉੱਤੇ ਜਿਹੜਾ ਵਾ ਉਹ ਵਿਚਾਰ ਵਟਾਂਦਰਾ ਹੋਇਆ। ਤੇ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜਾ ਵਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸਿੱਧਾਂ ਦੇ ਨਾਲ ਬਚਨ ਵਿਲਾਸ ਹੁੰਦੇ ਨੇ, ਸਿੱਧ ਅਹੰਕਾਰ ਵਿੱਚ ਆ ਜਾਂਦੇ ਨੇ। ਵੇਖੋ ਜਿਹੜਾ ਸਾਧੂ ਹੁੰਦਾ, ਜੇ ਉਹਨੇ ਮਨ ਨੂੰ ਸਾਧ ਲਿਆ ਹੋਵੇ ਫਿਰ ਅਹੰਕਾਰ ਵਿੱਚ ਨਹੀਂ ਆਉਂਦਾ, ਉਹ ਨਿਮਰਤਾ ਵਿੱਚ ਰਹਿੰਦਾ। ਜੇ ਜੋਗੀ ਹੈ ਤੇ ਜੇ ਉਹਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਜੋਗ ਹੀ ਨਹੀਂ, ਫਿਰ ਉਹ ਕਾਹਦਾ ਜੋਗੀ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਵੀ ਮਨੁੱਖ ਇਸ ਧਰਤੀ ਦੇ ਉੱਤੇ ਆਉਂਦਾ ਨਾ, ਜੇ ਤੇ ਉਹ ਗ੍ਰਸਤੀ ਜੀਵਨ ਵਿੱਚ ਰਹਿੰਦਿਆਂ ਹੋਇਆਂ ਰੱਬ ਦੀ ਬੰਦਗੀ ਕਰ ਲੈਂਦਾ, ਉਹਦਾ ਆਇਆ ਹੋਇਆ ਸਫਲ ਹੈ। ਤੇ ਜੇ ਉਹ ਮਾਨੋ ਗ੍ਰਸਤ ਤੱਜ ਕੇ ਤੇ ਅਹੰਕਾਰ ਪੱਲੇ ਬੰਨ੍ਹ ਲਵੇ, ਅਹੰਕਾਰ ਪੱਲੇ ਬੰਨ੍ਹ ਕੇ ਤੇ ਫਿਰ ਜਿਹੜਾ ਵਾ ਉਹ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ ਫਿਰ ਉਹਦਾ ਆਇਆ ਹੋਇਆ ਬਿਲਕੁਲ ਅਪਰਵਾਨ ਹੈ। ਸੋ ਮੈਂ ਇੰਨਾ ਹੀ ਸਮਾਂ ਅੱਜ, ਕਿਉਂਕਿ ਕੱਲ੍ਹ ਅਗਲੀ ਪੌੜੀ ਸਿੱਧਾਂ ਦੀ ਕਰਾਮਾਤ ਆਉਣੀ ਹੈ ਤੇ ਉਹਦੇ ਉੱਤੇ ਵਿਚਾਰ ਕਰਾਂਗੇ। ਗੁਰੂ ਸਾਹਿਬ ਨੇ ਜੋ ਸਿੱਧਾਂ ਦੇ ਨਾਲ ਇਹ ਗੋਸ਼ਟ ਕੀਤੀ ਹੈ, ਜੋ ਜੋਗੀਆਂ ਦੇ ਨਾਲ ਅਚਲ ਬਟਾਲੇ ਦੀ ਧਰਤੀ ਦੇ ਉੱਤੇ ਬਿਰਤਾਂਤ ਹੋਇਆ, ਉਹ ਆਪ ਜੀ ਨੇ ਸਰਵਣ ਕੀਤਾ ਹੈ। ਜੇ ਕਿਸੇ ਦਾ ਅੱਜ ਦੀ ਕਲਾਸ ਬਾਬਤ ਕੋਈ ਹੋਵੇ ਸਵਾਲ ਤੇ ਉਹ ਕਰ ਸਕਦਾ ਹੈ, ਕਿਉਂਕਿ ਆਪਣੇ ਕੋਲੋਂ ਪਿੱਛੇ ਸਿਰਫ ਜਿਹੜੀਆਂ ਨੇ ਉਹ 5 ਪੌੜੀਆਂ ਬਚੀਆਂ ਨੇ ਤੇ 5 ਦਿਨਾਂ ਦੇ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਜਿਹੜਾ ਮੁਕੰਮਲ ਕਰ ਲੈਣਾ। ਲੈਣੇ ਪਾਈ ਨਾਨਕੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਬਿਠਾਉਣਾ ਹੈ। ਇਹ ਸਾਰਾ ਇਤਿਹਾਸ ਇਸ ਕਰਕੇ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਸੀ ਤੇ ਸੰਗਤਾਂ ਦੀ ਵੀ ਮੰਗ ਸੀ, ਜਿੱਥੇ ਅਸੀਂ ਲਾਈਵ ਜਿਹੜਾ ਵਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਗੁਰਦੁਆਰਾ ਨਾਨਕਵਾੜੀ ਸਿੰਘ ਸਭਾ ਵਿਖੇ ਜਿਹੜਾ ਵਾ ਉਹ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਕਰ ਰਹੇ ਹਾਂ। ਇਸੇ ਤਰ੍ਹਾਂ ਇਸ ਕਲਾਸ ਵਿੱਚ ਵੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਜਿਹੜਾ ਵਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਇਤਿਹਾਸ ਜਿਹੜਾ ਵਾ ਉਹ ਅਸੀਂ ਸਰਵਣ ਕਰ ਰਹੇ ਹਾਂ।
ਸੋ ਪੌੜੀਆਂ ਜਿਹੜੀਆਂ ਨੇ ਜ਼ਿਆਦਾ ਲੰਬੇਰੀਆਂ ਨਹੀਂ, ਜਿੰਨਾ ਕੁ ਇਤਿਹਾਸ ਹੁੰਦਾ ਹੈ, ਕਿਉਂਕਿ ਵੈਸੇ ਤਾਂ ਪੌਣੇ ਘੰਟੇ ਦੀ ਕਲਾਸ ਆ, ਪਰ ਫਿਰ ਵੀ ਕੋਸ਼ਿਸ਼ ਕਰੀਦੀ ਹੈ ਕਿ ਜਿਹੜੀ ਵਾਰ ਹੈ ਉਸ ਵਾਰ ਦੇ ਅਨੁਸਾਰ ਹੀ ਜਿਹੜਾ ਵਾ ਆਪ ਜੀ ਦੇ ਨਾਲ ਸਾਂਝ ਬਣਾਈ ਜਾਏ। ਹੁਣ ਜਿਹੜੀਆਂ ਅਗਲੀਆਂ ਨੇ ਉਹ ਸਿੱਧਾਂ ਦੇ ਨਾਲ ਫਿਰ ਦੋ ਪੌੜੀਆਂ ਜਿਹੜੀਆਂ ਨੇ ਅੱਗੇ ਫਿਰ ਆਉਣੀਆਂ ਨੇ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਚਾਰ ਵਟਾਂਦਰਾ ਹੋਣਾ। ਫਿਰ ਸਤਿਨਾਮ ਦਾ ਕੀਰਤੇ ਪ੍ਰਤਾਪ ਆ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਣਾ ਵਾ। ਅਖੀਰ ਮੁਲਤਾਨ ਦੀ ਧਰਤੀ ਤੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਤੱਕ ਜਿਹੜਾ ਇਸ ਅਗਲੀਆਂ ਵਾਰਾਂ ਦੇ ਵਿੱਚ ਇਤਿਹਾਸ ਅਸੀਂ ਸਰਵਣ ਕਰਨਾ। ਬੇਨਤੀ ਹੈ ਸੰਗਤ ਨੂੰ, ਕਿਉਂਕਿ ਬਹੁਤ ਘੱਟ ਸਰੀਰ ਅਸੀਂ ਕਈ ਵਾਰ ਜੁੜਦੇ ਹਾਂ, ਅੱਜ ਫਿਰ ਵੀ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਹੈ। ਕਈ ਵਾਰ ਕਾਫੀ ਸੰਗਤ ਜਿਹੜੀ ਉਹ ਘੱਟ ਹੁੰਦੀ ਹੈ, ਅਤੇ ਬੇਨਤੀ ਹੈ ਕਿ ਵੱਧ ਤੋਂ ਵੱਧ ਸਮਾਂ ਕੱਢਿਆ ਕਰੋ। ਇਹ ਬਾਰ-ਬਾਰ ਮੌਕਾ ਨਹੀਂ ਮਿਲਣਾ, ਇਸ ਕਰਕੇ ਬੇਨਤੀ ਹੈ। ਸੋ ਅੱਜ ਦੀ ਕਲਾਸ ਬਾਬਤ ਕਿਸੇ ਸੰਗਤ ਦੇ ਵਿੱਚੋਂ ਕਿਸੇ ਦਾ ਕੋਈ ਸਵਾਲ ਹੋਵੇ ਉਹ ਪੁੱਛ ਸਕਦਾ ਹੈ। ਮੈਂ ਆਪ ਜੀ ਦੇ ਜਿਹੜੇ ਮਾਈਕ ਨੇ ਉਹ ਅਨਮਿਊਟ ਕਰ ਦੇਣ ਲੱਗਾ। ਹਾਂਜੀ, ਵਾਹਿਗੁਰੂ ਜੀ। ਜੇ ਕਿਸੇ ਦਾ ਕੋਈ ਸਵਾਲ ਹੋਵੇ ਤੇ ਉਹ ਬੇਨਤੀ ਹੈ ਕਿ ਸਵਾਲ ਕਰ ਸਕਦਾ ਹੈ ਜੀ। ਵਾਹਿਗੁਰੂ ਜੀ। ਠੀਕ ਆ ਜੀ, ਵਾਹਿਗੁਰੂ ਜੀ। ਇੱਥੇ ਅਸੀਂ ਸਮਾਪਤੀ ਕਰਾਂਗੇ। ਕੱਲ੍ਹ ਨੂੰ ਇਸੇ ਤਰ੍ਹਾਂ ਹੀ ਜਿਹੜਾ ਵਾ ਅਗਲੀ ਕਲਾਸ ਜਿਹੜੀ ਆ ਉਹਦੇ ਵਿੱਚ ਅਸੀਂ ਹਾਜ਼ਰੀਆਂ ਲਵਾਵਾਂਗੇ। ਹੋਈਆਂ ਭੁੱਲਾਂ ਦੀ ਖਿਮਾ, ਅੰਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।